ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਸਤਕ ਪੂਰਨ ਸੋਈ ਸੰਤ ਜੀਵਨ ਸਾਖੀਆਂ। ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਲੜੀਵਾਰ। ਮਹਾਂਪੁਰਖ ਦੀ ਸੰਗਤ ਦਾ ਮਹਾਤਮ। ਪੰਡੋਰੀ ਕੁਟੀਆ ਵਿਖੇ ਬਾਬਾ ਜੀ ਬੈਠੇ ਹੋਏ ਸਨ ਕਿ ਇੱਕ ਨਗਰ ਦੀ ਸੰਗਤ ਪੰਡੋਰੀ ਕੁਟੀਆ ਭੁਲੱਥ ਵਿਖੇ ਆਈ। ਉਸ ਨਗਰ ਵਾਲੇ ਸਮਝਦੇ ਸਨ ਕਿ ਬਾਬਾ ਜੀ ਨੇ ਉਹਨਾਂ ਨੂੰ ਕੋਈ ਤੱਤਾ ਬਚਨ ਕਰ ਦਿੱਤਾ ਹੈ। ਫਤਿਹ ਦੀ ਸਾਂਝ ਕਰਕੇ ਬਾਬਾ ਜੀ ਨੂੰ ਕਹਿੰਦੇ ਕਿ ਬਾਬਾ ਜੀ ਤੁਸੀਂ ਸਾਡੇ ਨਗਰ ਨੂੰ ਸਰਾਪ ਦੇ ਦਿੱਤਾ ਹੈ। ਬਾਬਾ ਜੀ ਉਹਨਾਂ ਨੂੰ ਕਹਿੰਦੇ ਕਿ ਪੁੱਤਰੋ, ਅਸੀਂ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੇ ਨਾਲ ਸਾਰੀ ਰਾਤ ਵੇਈ ਨਦੀ ਵਿੱਚ ਖੜ ਕੇ ਨਾਮ ਜਪਿਆ। ਅਸੀਂ ਇਹ ਕਮਾਈ ਵਰ ਸਰਾਪਾਂ ਵਿੱਚ ਉਜਾੜਨ ਲਈ ਨਹੀਂ ਕੀਤੀ। ਤੁਹਾਡਾ ਹਿੱਸਾ ਤੁਹਾਨੂੰ ਦੇਵਾਂਗੇ ਵੀ ਤੁਹਾਡੇ ਲਈ ਹੀ ਕਮਾਈ ਕੀਤੀ ਹੈ। ਜਦੋਂ ਲੇਖਾ ਹੋਵੇਗਾ ਉੱਤੇ ਸਾਨੂੰ ਜਿੰਨੀ ਕਮਾਈ ਦੇਣੀ ਪਏਗੀ ਅਸੀਂ ਦੇਵਾਂਗੇ, ਪਰ ਤੁਹਾਨੂੰ ਨਰਕਾਂ ਨੂੰ ਨਹੀਂ ਜਾਣ ਦੇਵਾਂਗੇ। ਬਚਨ ਵੀ ਹੈ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮੈ ਏਕ ਕਨੀ। ਤੁਹਾਡੀ ਆਤਮਾ ਨੂੰ ਪਤਾ ਲੱਗੇਗਾ ਕਿ ਕਿਸੇ ਸਾਧੂ ਦੀ ਸੰਗਤ ਕੀਤੀ ਹੈ, ਪਰ ਵਰ ਸਰਾਪ ਵਿੱਚ ਉਜਾੜਨ ਲਈ ਅਸੀਂ ਇਹ ਕਮਾਈ ਨਹੀਂ ਕੀਤੀ। ਬਚਨ ਵੀ ਹੈ, ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ। ਓਏ ਜੀਵੰਦੇ ਵਿਛੜ ਹੈ ਓਏ ਮੋਇਆ ਨਾ ਜਾਹੀ ਛੋੜ। ਤਥਾ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਇੱਕ ਗਾਥਾ ਵੀ ਆਉਂਦੀ ਹੈ ਕਿ ਰਾਜੇ ਜਨਕ ਦਾ ਸਰੀਰ ਕਰਕੇ ਅੰਤ ਸਮਾਂ ਆਇਆ ਤਾਂ ਉਸ ਨੂੰ ਨਰਕ ਦੇ ਲਾਗਿਓਂ ਦੀ ਲੈ ਕੇ ਲੰਘੇ। ਨਰਕ ਵਿੱਚ ਜੀਵ ਕੁਰਲਾਉਂਦੇ ਪਏ ਸਨ। ਉਹਨਾਂ ਦਾ ਰੋਣਾ ਦੇਖ ਕੇ ਰਾਜੇ ਨੂੰ ਤਰਸ ਆ ਗਿਆ। ਰਾਜੇ ਨੇ ਧਰਮ ਰਾਏ ਨੂੰ ਸਾਰਿਆਂ ਨੂੰ ਛੱਡ ਦੇਣ ਲਈ ਕਿਹਾ। ਧਰਮ ਰਾਜਾ ਕਹਿਣ ਲੱਗਾ ਕਿ ਰਾਜਨ, ਇਹ ਸਾਰੇ ਨਰਕਾਂ ਦੇ ਭਾਗੀ ਹਨ। ਇਹਨਾਂ ਨੇ ਆਪਣੇ ਜੀਵਨ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ, ਇਹਨਾਂ ਨੇ ਕੋਈ ਸਿਮਰਨ ਨਹੀਂ ਕੀਤਾ, ਮੈਂ ਇਹਨਾਂ ਨੂੰ ਕਿਵੇਂ ਛੱਡ ਸਕਦਾ ਹਾਂ। ਉਸ ਵੇਲੇ ਰਾਜੇ ਜਨਕ ਨੇ ਆਪਣੀ ਕਮਾਈ ਵਿੱਚੋਂ ਇੱਕ ਘੜੀ ਦਾ ਸਿਮਰਨ ਦਿੱਤਾ ਤੇ ਸਾਰੇ ਪਾਪੀ ਨਰਕ ਵਿੱਚੋਂ ਕੱਢ ਲਏ। ਇੱਕ ਮਹਾਤਮਾ ਦੇ ਬੋਲ ਹਨ, ਧੰਨ ਧੰਨ ਰਾਜਾ ਜਨਕ ਹੈ ਜਿਸ ਸਿਮਰਨ ਕੀਓ ਵਿਵੇਕ। ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਐਸਾ ਸਿਮਰਨ ਜਾਣ ਕੇ ਸੰਤਾਂ ਪਕੜੀ ਟੇਕ। ਸਿਮਰਨ ਜਗ ਵਿੱਚ ਸਾਰ ਹੈ ਵਿਸਰੈ ਘੜੀ ਨਾ ਏਕ। ਭਾਈ ਗੁਰਦਾਸ ਜੀ ਵੀ ਇਸ ਪ੍ਰਥਾਏ ਲਿਖਦੇ ਹਨ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਦੇਵਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ। ਜੰਮਪੁਰ ਗਿਆ ਪੁਕਾਰ ਸੁਣ ਵਿਲ ਲਾਵਨ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ। ਕਰੈ ਬੇਨਤੀ ਧਰਮ ਰਾਏ ਹੋਂ ਸੇਵਕ ਠਾਕੁਰ ਅਵਿਨਾਸੀ। ਗਹਿਣੇ ਧਰਿਓਨ ਇੱਕ ਨਾਉ ਪਾਪਾ ਨਾਲ ਕਰੈ ਨਿਰਜਾਸੀ। ਪਾਸੰਗ ਪਾਪ ਨਾ ਪੁਜਨੀ ਗੁਰਮੁਖ ਨਾਉ ਅਤੁਲ ਨਾ ਤੁਲਾਸੀ। ਨਰਕੋ ਛੁੱਟੇ ਜੀ ਜੰਤ ਕਟੀ ਗਲਹੋਂ ਸਿਲਕ ਜਮ ਫਾਸੀ। ਮੁਕਤ ਜੁਗਤ ਨਾਮੈ ਦੀ ਦਾਸੀ। ਪੂਰਨ ਮਹਾਂਪੁਰਖ ਸਮਰੱਥ ਹੁੰਦੇ ਹਨ, ਉਹ ਮੋਇਆਂ ਦਾ ਵੀ ਸਾਥ ਨਹੀਂ ਛੱਡਦੇ। ਇਸੇ ਲਈ ਬਾਬਾ ਜੀ ਪੂਰਨ ਮਹਾਂਪੁਰਖਾਂ ਦੀ ਸੰਗਤ ਨੂੰ ਬਹੁਤ ਮਹਾਤਮ ਦਿੰਦੇ ਸਨ। ਬਾਬਾ ਜੀ ਨੂੰ ਆਪ ਵੀ ਸਾਧੂ ਮਹਾਂਪੁਰਖਾਂ ਦੇ ਦਰਸ਼ਨਾਂ ਦੀ ਬੜੀ ਤਾਂਘ ਹੁੰਦੀ ਸੀ ਤੇ ਬਾਬਾ ਜੀ ਨੇ ਆਪਣੇ ਸਮੇਂ ਦੇ ਲਗਭਗ ਸਾਰੇ ਹੀ ਪੂਰਨ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਸਨ। ਬਾਬਾ ਜੀ ਦੱਸਦੇ ਸਨ ਕਿ ਸਾਡਾ ਸਾਈਕਲ 'ਤੇ ਰਹਿਣ ਦਾ ਇੱਕੋ ਹੀ ਮੰਤਵ ਸੀ ਕਿ ਕੋਈ ਜੁੜੀ ਹੋਈ ਰੂਹ ਦੇ ਦਰਸ਼ਨ ਨਸੀਬ ਹੋ ਜਾਣ। ਹੋਰ ਚੱਕਰਵਰਤੀ ਰਹਿਣ ਦਾ ਸਾਡਾ ਕੋਈ ਮੰਤਵ ਨਹੀਂ ਸੀ। ਬਾਬਾ ਜੀ ਉਦਾਹਰਨ ਦੇ ਕੇ ਪੂਰਨ ਮਹਾਂਪੁਰਖਾਂ ਦੀ ਸੰਗਤ ਦੀ ਮਹਾਨਤਾ ਦੱਸਦੇ ਹੁੰਦੇ ਸਨ ਕਿ ਭਾਈ ਜੇ ਕੋਈ ਵਕੀਲ ਹੀ ਨਾ ਹੋਇਆ ਤਾਂ ਮੁਕੱਦਮੇ 'ਚ ਛਡਾਊ ਕੌਣ। ਉੱਥੇ ਕੋਈ ਦੇਹ ਜਾਤ ਨੇ ਤਾਂ ਨਾਲ ਜਾਣਾ ਨਹੀਂ। ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇਹ ਜਾਤ ਨਾ ਜਾਏ। ਕੋਈ ਵਕੀਲ ਕੀਤਾ ਹੋਏਗਾ ਤਾਂ ਉਹੀ ਤੇਰੇ ਵੱਲ ਦੀ ਗੱਲ ਕਰੇਗਾ। ਉੱਥੇ ਧਰਮ ਰਾਜੇ ਦੇ ਦਫ਼ਤਰ ਜਮਾਂ ਦੀ ਮਾਰ ਤੋਂ ਇਹ ਮਹਾਂਪੁਰਖ ਬਚਾ ਲੈਂਦੇ ਹਨ। ਬਚਨ ਵੀ ਹੈ, ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ।
ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ। ਬਾਬਾ ਜੀ ਇਹ ਬਚਨ ਵੀ ਕਰਦੇ ਹੁੰਦੇ ਸਨ ਕਿ ਪੁੱਤ, ਪੂਰਨ ਮਹਾਂਪੁਰਖ ਜਿਹੜੇ ਹੁੰਦੇ ਨੇ ਇਹ ਧਰਮਰਾਜ ਦੇ ਦਫ਼ਤਰੋਂ ਬਚਾ ਲੈਂਦੇ ਨੇ। ਇਹ ਆਪਣੀ ਕਮਾਈ ਵਿੱਚੋਂ ਹਿੱਸਾ ਵੀ ਦੇ ਦਿੰਦੇ ਨੇ। ਇਹ ਦੁਬਾਰਾ ਕਿਸੇ ਚੰਗੀ ਜਗ੍ਹਾ ਜਨਮ ਵੀ ਲੈ ਦਿੰਦੇ ਨੇ। ਪਰ ਇਸ ਆਵਾਗਾਉਣ ਦੇ ਚੱਕਰ ਵਿੱਚੋਂ, ਇਸ ਜੰਮਣ ਮਰਨ ਦੇ ਗੇੜ ਵਿੱਚੋਂ ਤੇਰਾ ਖਹਿੜਾ ਸਿਰਫ ਤੇ ਸਿਰਫ ਤੇਰੇ ਜਪੇ ਹੋਏ ਨਾਮ ਨੇ, ਸਿਮਰਨ ਨੇ ਛਡਾਉਣਾ ਹੈ। ਇਹ ਮਿਹਨਤ ਤੈਨੂੰ ਆਪ ਕਰਨੀ ਪਵੇਗੀ। ਸ਼ਬਦ ਪੜ੍ਹਦੇ ਹੁੰਦੇ ਸਨ, ਹਰ ਹਰ ਨਾਮ ਨਿਧਾਨ ਲੈ ਗੁਰਮਤ, ਹਰ ਪਤ ਪਾਏ ਹਲਤ ਪਲਤ ਨਾਲ ਚੱਲਦਾ, ਹਰ ਅੰਤੇ ਲਏ ਛਡਾਏ। ਜਿੱਥੇ ਅਵਕਟ ਗਲੀਆਂ ਭੀੜੀਆਂ, ਤਿੱਥੇ ਹਰ ਹਰ ਮੁਕਤ ਕਰਾਏ। ਬਾਬਾ ਜੀ ਇਹ ਬਚਨ ਵੀ ਕਰਦੇ ਹੁੰਦੇ ਸਨ ਕਿ ਪੁੱਤ, ਮਹਾਂਪੁਰਖ ਜਿਹੜੇ ਹੁੰਦੇ ਨੇ ਇਹ ਰੱਬ ਦੇ ਚੌਂਕੀਦਾਰ ਹੁੰਦੇ ਨੇ। ਚੌਂਕੀਦਾਰਾ ਕਰਨੀਏ ਇਸ ਸੰਸਾਰ 'ਤੇ ਆਉਂਦੇ ਨੇ। ਸਾਡਾ ਵੀ ਤੁਹਾਡੇ ਨਾਲ ਅੱਜ ਦਾ ਹੀ ਸੰਬੰਧ ਨਹੀਂ, ਇਹ ਤਾਂ ਕਈ ਜਨਮਾਂ ਦਾ ਹੈ। ਤੁਸੀਂ ਨਾਮ ਜਪਦੇ ਨਹੀਂ, ਕਮਾਈ ਕਰਦੇ ਨਹੀਂ, ਅਤੇ ਸਾਨੂੰ ਫਿਰ ਤੁਹਾਡੇ ਲਈ ਸੰਸਾਰ 'ਤੇ ਆਉਣਾ ਪੈ ਜਾਂਦਾ। ਸਤਸੰਗ ਦਾ ਮਹਾਤਮ। ਬਾਬਾ ਜੀ ਸਤਸੰਗ ਦਾ ਬਹੁਤ ਮਹਾਤਮ ਦੱਸਦੇ ਹੁੰਦੇ ਸਨ। ਬਚਨ ਕਰਦੇ ਸਨ ਕਿ ਸਤਸੰਗ ਵਿੱਚ ਪਰਮੇਸ਼ਰ ਦਾ ਵਾਸਾ ਹੁੰਦਾ ਹੈ। ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ ਤਥਾ ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਬਚਨ ਕਰਦੇ ਸਨ ਕਿ ਪੁੱਤ, ਜਿੱਥੇ ਸਤਸੰਗ ਹੁੰਦਾ ਹੈ ਉੱਥੇ ਚੰਗੀ ਮੱਤ ਵਰਤਦੀ ਹੈ, ਅਤੇ ਜਿੱਥੇ ਚੰਗੀ ਮੱਤ ਹੋਵੇਗੀ ਉੱਥੇ ਸੰਤੋਖ ਹੋਵੇਗਾ। ਸੰਗਤ ਕਰਤ ਸੰਤੋਖ ਮਨ ਪਾਇਆ, ਸੁਣ ਕਰ ਬਚਨ ਕਰਨ ਅਗਾਨੇ, ਮਨ ਸੰਤੋਖ ਆਤਮ ਪਤਿਆਨੇ। ਅਥਵਾ ਅੰਮ੍ਰਿਤ ਸਾਚਾ ਨਾਉ ਉਥੈ ਜਾਪੀਐ, ਮਨ ਕੋ ਹੋਏ ਸੰਤੋਖ ਭੁੱਖਾਂ ਤਰਾਪੀਐ। ਪੁੱਤ, ਜਿੱਥੇ ਸੰਤੋਖ ਹੋਵੇਗਾ ਉੱਥੇ ਆਪਣੀ ਪ੍ਰਲਭਤ ਤੇ ਕਮਾਈ 'ਤੇ ਭਰੋਸਾ ਹੋਵੇਗਾ, ਅਤੇ ਜਿੱਥੇ ਪ੍ਰਲਭਤ 'ਤੇ ਭਰੋਸਾ ਹੋਵੇ ਉੱਥੇ ਆਪਣੀ ਸੁਰਤ 'ਚ ਇਕਾਗਰਤਾ ਹੋਵੇਗੀ। ਜਾ ਕੇ ਆਸ ਨਾਹੀ ਨਿਰਾਸ ਨਾਹੀ, ਚਿਤ ਸੁਰਤ ਸਮਝਾਈ। ਜਿੱਥੇ ਸੁਰਤ 'ਚ ਇਕਾਗਰਤਾ ਹੋਵੇਗੀ ਉੱਥੇ ਵਿਕਾਰਾਂ ਦਾ ਤਿਆਗ ਹੋਵੇਗਾ। ਜਿੱਥੇ ਵਿਕਾਰਾਂ ਦਾ ਤਿਆਗ ਹੋਵੇਗਾ ਉੱਥੇ ਹੀ ਭਗਤੀ ਹੋਵੇਗੀ। ਮਨ ਨਿਰਮਲ ਅਣਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਨਿਆ। ਜਿੱਥੇ ਭਗਤੀ ਹੋਵੇਗੀ ਉੱਥੇ ਗਿਆਨ ਹੋਵੇਗਾ। ਉਪਜੈ ਸਹਿਜ ਗਿਆਨ ਮਤ ਜਾਗੈ, ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਅਤੇ ਜਿੱਥੇ ਗਿਆਨ ਹੋਵੇਗਾ ਉੱਥੇ ਫਿਰ ਪਰਿਪੂਰਨ ਪਰਮਾਤਮਾ ਆਪ ਹੋਵੇਗਾ। ਗੁਰਮਤੀ ਗਿਆਨ ਰਤਨ ਮਨ ਵਸੈ, ਸਭ ਦੇਖਿਆ ਬ੍ਰਹਮ ਸੁਭਾਏ। ਇਸ ਲਈ ਜਿੱਥੇ ਸਤਸੰਗ ਹੋਵੇਗਾ ਉੱਥੇ ਪ੍ਰਮਾਤਮਾ ਆਪ ਹੋਵੇਗਾ। ਇਸ ਤਰ੍ਹਾਂ ਬਾਬਾ ਜੀ ਸਤਸੰਗ ਦੀ ਬਹੁਤ ਮਹਾਨਤਾ ਦੱਸਦੇ ਹੁੰਦੇ ਸਨ ਅਤੇ ਸਤਸੰਗ ਕਰਨ 'ਤੇ ਬਹੁਤ ਜ਼ੋਰ ਦਿੰਦੇ ਸਨ। ਅਕਲੀ ਕੀਚੈ ਦਾਨ। ਬਾਬਾ ਜੀ ਇੱਕ ਹੋਰ ਸਿੱਖਿਆ ਦਿੰਦੇ ਹੁੰਦੇ ਸਨ ਕਿ ਪੁੱਤ, ਦਾਨ ਪੁੰਨ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਲੰਗਰ ਪਾਣੀ ਸਭ ਨੂੰ ਛਕਾਓ, ਪਰ ਦਾਨ ਪੁੰਨ ਸੋਚ ਸਮਝ ਕੇ ਕਰੋ। ਬਾਪੂ ਸੂਰਤਾ ਸਿੰਘ ਸੇਠ ਜੀ ਨੂੰ ਵੀ ਬਾਬਾ ਜੀ ਨੇ ਐਸਾ ਹੀ ਉਪਦੇਸ਼ ਦਿੱਤਾ ਸੀ। ਪਿੰਡ ਘਣੂਪੁਰ ਦਾ ਇੱਕ ਸੱਜਣ ਸੀ ਜੋ ਪਰਿਵਾਰਕ ਦੁੱਖ ਤਕਲੀਫਾਂ ਕਾਰਨ ਨਸ਼ੇ ਕਰਨ ਲੱਗ ਪਿਆ ਅਤੇ ਨਸ਼ਵਾਰ ਦਾ ਆਦੀ ਹੋ ਗਿਆ। ਘਰ ਪਰਿਵਾਰ ਵਾਲੇ ਉਸ ਨੂੰ ਕੋਈ ਪੈਸਾ ਨਹੀਂ ਦਿੰਦੇ ਸਨ ਅਤੇ ਉਹ ਹਰ ਰੋਜ਼ ਸੇਠ ਜੀ ਜੋ ਬਾਬਾ ਜੀ ਦੇ ਵੱਡੇ ਭਰਾ ਸਨ ਉਹਨਾਂ ਦੇ ਕੋਲੋਂ ਪੈਸੇ ਮੰਗਣ ਲਈ ਆ ਜਾਂਦਾ ਸੀ। ਬਾਪੂ ਜੀ ਵੀ ਉਸ ਨੂੰ ਪੈਸਾ ਧੇਲਾ ਦੇ ਦਿੰਦੇ ਸਨ ਅਤੇ ਉਹ ਉਹਨਾਂ ਪੈਸਿਆਂ ਦੀ ਨਸਵਾਰ ਲੈ ਲੈਂਦਾ ਸੀ। ਇੱਕ ਦਿਨ ਸੇਠ ਜੀ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਆਏ ਹੋਏ ਸਨ। ਉਹ ਸੱਜਣ ਵੀ ਸੇਠ ਜੀ ਦੇ ਪਿੱਛੇ ਪਿੱਛੇ ਸੰਗਤਸਰ ਸਾਹਿਬ ਵਿਖੇ ਆ ਗਿਆ ਅਤੇ ਸੇਠ ਜੀ ਦੇ ਕੋਲੋਂ ਪੈਸੇ ਮੰਗਣ ਲੱਗਾ। ਸੇਠ ਜੀ ਨੇ ਕੁਝ ਪੈਸੇ ਉਸ ਨੂੰ ਦੇ ਦਿੱਤੇ। ਪੈਸੇ ਦਿੰਦੇ ਹੋਏ ਬਾਬਾ ਜੀ ਨੇ ਸੇਠ ਜੀ ਨੂੰ ਦੇਖ ਲਿਆ। ਬਾਬਾ ਜੀ ਨੇ ਸੇਠ ਜੀ ਨੂੰ ਬੁਲਾਇਆ ਅਤੇ ਪੁੱਛਿਆ ਕਿ ਤੁਸੀਂ ਉਸ ਸੱਜਣ ਨੂੰ ਪੈਸੇ ਕਿਉਂ ਦਿੱਤੇ ਹਨ। ਸੇਠ ਜੀ ਨੇ ਦੱਸਿਆ ਕਿ ਬਾਬਾ ਜੀ, ਇਹ ਸੱਜਣ ਨਸਵਾਰ ਦਾ ਆਦੀ ਹੋ ਗਿਆ। ਘਰ ਵਾਲੇ ਇਸ ਨੂੰ ਕੋਈ ਪੈਸਾ ਨਹੀਂ ਦਿੰਦੇ ਅਤੇ ਮੇਰੇ ਕੋਲੋਂ ਮੰਗਣ ਆ ਜਾਂਦਾ ਹੈ। ਬਾਬਾ ਜੀ ਨੇ ਸੇਠ ਜੀ ਨੂੰ ਸਮਝਾਇਆ ਕਿ ਸੇਠ ਜੀ, ਨਸਵਾਰ ਲਈ ਮਾਇਆ ਦੇਵੋਗੇ ਤਾਂ ਬਦਲੇ ਵਿੱਚ ਤੁਹਾਨੂੰ ਵੀ ਨਸਵਾਰ ਹੀ ਮਿਲੇਗੀ। ਜੈਸਾ ਬੀਜੈ ਸੋ ਲੁਣੈ, ਜਿਹਾ ਪੂਰਵ ਕਿਨੈ ਬੋਇਆ। ਨਸਵਾਰ ਲਈ ਪੈਸੇ ਬਿਲਕੁਲ ਨਹੀਂ ਦੇਣੇ, ਉਂਝ ਲੰਗਰ ਪਾਣੀ ਛਕਾ ਦਿਆ ਕਰੋ। ਗੁਰੂ ਸਾਹਿਬ ਜੀ ਵੀ ਉਪਦੇਸ਼ ਕਰਦੇ ਹਨ ਕਿ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੂਝੀਐ, ਅਕਲੀ ਕੀਚੈ ਦਾਨ।
ਬਾਬਾ ਜੀ ਨੇ ਫਿਰ ਸੇਠ ਜੀ ਨੂੰ ਰਾਜਾ ਅਜੈ ਦੀ ਸਾਖੀ ਸੁਣਾਈ ਕਿ ਰਾਜਾ ਅਜੈ ਨੇ ਸਾਧੂ ਨੂੰ ਦਾਨ ਵਿੱਚ ਲਿੱਧ ਦਿੱਤੀ ਸੀ ਤਾਂ ਬਦਲੇ ਵਿੱਚ ਰਾਜਾ ਅਜੈ ਨੂੰ ਵੀ ਲਿੱਧ ਹੀ ਖਾਣੀ ਪਈ ਸੀ। ਸਾਖੀ: ਇੱਕ ਦਿਨ ਰਾਜਾ ਅਜੈ ਘੋੜਿਆਂ ਦੇ ਤਬੇਲੇ ਵਿੱਚ ਸੀ ਤੇ ਉੱਥੇ ਇੱਕ ਸਾਧੂ ਆਇਆ। ਉਸਨੇ ਰਾਜੇ ਕੋਲੋਂ ਭਿੱਖਿਆ ਮੰਗੀ। ਰਾਜਾ ਅਜੈ ਨੇ ਸਾਧੂ ਨੂੰ ਕਿਹਾ ਕਿ ਹੁਣ ਇਸ ਵੇਲੇ ਤਾਂ ਮੇਰੇ ਕੋਲ ਘੋੜਿਆਂ ਦੀ ਲਿੱਧ ਹੀ ਹੈ, ਮੈਂ ਤਾਂ ਇਹੀ ਦਾਨ ਕਰ ਸਕਦਾ ਹਾਂ। ਸਾਧੂ ਨੇ ਰਾਜਾ ਅਜੈ ਅੱਗੇ ਆਪਣੀ ਝੋਲੀ ਕਰ ਦਿੱਤੀ ਤੇ ਰਾਜੇ ਨੇ ਉਸ ਦੀ ਝੋਲੀ ਵਿੱਚ ਲਿੱਧ ਪਾ ਦਿੱਤੀ। ਸਾਧੂ ਝੋਲੀ ਵਿੱਚ ਲਿੱਧ ਪਵਾ ਕੇ ਵਾਪਸ ਆਪਣੀ ਕੁਟੀਆ ਆ ਗਿਆ। ਉਸਨੇ ਉਹ ਲਿੱਧ ਕੁਟੀਆ ਦੇ ਪਿੱਛੇ ਰੱਖ ਦਿੱਤੀ। ਸਮਾਂ ਬੀਤਦਾ ਗਿਆ ਤੇ ਉਹ ਲਿੱਧ ਆਪੇ ਵੱਧਦੀ ਗਈ। ਇੱਕ ਦਿਨ ਰਾਜਾ ਅਜੈ ਉਸ ਸਾਧੂ ਦੀ ਕੁਟੀਆ ਵੱਲੋਂ ਲੰਘਿਆ। ਲਿੱਧ ਦੇ ਢੇਰ ਦੇਖ ਕੇ ਬੜਾ ਹੈਰਾਨ ਹੋਇਆ ਕਿ ਘੋੜਾ ਤਾਂ ਇੱਥੇ ਕੋਈ ਦਿਸਦਾ ਨਹੀਂ, ਪਰ ਇੰਨੀ ਲਿੱਧ ਕਿਵੇਂ ਇਕੱਠੀ ਹੋ ਗਈ। ਰਾਜਾ ਅਜੈ ਕੁਟੀਆ ਅੰਦਰ ਆਇਆ ਤੇ ਉਸਨੇ ਸਾਧੂ ਨੂੰ ਪੁੱਛਿਆ। ਸਾਧੂ ਨੇ ਦੱਸਿਆ ਕਿ ਇਹ ਇੱਕ ਰਾਜੇ ਨੇ ਸਾਨੂੰ ਦਾਨ ਦਿੱਤਾ ਸੀ ਤੇ ਉਸ ਦਾ ਦਿੱਤਾ ਦਾਨ ਵੱਧਦਾ ਫੁੱਲਦਾ ਪਿਆ ਹੈ। ਰਾਜਾ ਅਜੈ ਬੜਾ ਪਛਤਾਇਆ ਕਿ ਦਾਨ ਤਾਂ ਮੈਂ ਹੀ ਦਿੱਤਾ ਸੀ। ਰਾਜਾ ਅਜੈ ਪਛਤਾਵੇ ਵਿੱਚ ਮਹਾਤਮਾ ਜੀ ਨੂੰ ਕਹਿਣ ਲੱਗਾ ਕਿ ਹੇ ਮਹਾਤਮਾ ਪੁਰਸ਼, ਦਾਨ ਤਾਂ ਮੈਂ ਹੀ ਦਿੱਤਾ ਸੀ, ਪਰ ਹੁਣ ਤਾਂ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਹਾਲਤ ਦੱਸੋ ਕਿ ਮੇਰੀ ਭੁੱਲ ਕਿਵੇਂ ਬਖਸ਼ੀ ਜਾਵੇਗੀ। ਮਹਾਤਮਾ ਜੀ ਨੂੰ ਰਾਜਾ ਅਜੈ 'ਤੇ ਤਰਸ ਆਇਆ ਤੇ ਕਿਹਾ ਕਿ ਰਾਜਨ, ਇਹ ਲਿੱਧ ਤਾਂ ਤੈਨੂੰ ਖਾਣੀ ਹੀ ਪੈਣੀ ਹੈ, ਤੇਰਾ ਲੇਖਾ ਤਾਂ ਹੀ ਪੂਰਾ ਹੋਣਾ ਹੈ, ਪਰ ਜੇ ਤੂੰ ਨਹੀਂ ਖਾਣੀ ਤਾਂ ਇੰਜ ਕਰ, ਤੂੰ ਆਪਣੀ ਨਿੰਦਾ ਕਰਵਾ। ਜੋ ਵੀ ਤੇਰੀ ਨਿੰਦਾ ਕਰੇਗਾ ਉਹ ਤੇਰੇ ਪਾਪ ਧੋਵੇਗਾ ਤੇ ਇਹ ਫਿਰ ਲਿੱਧ ਉਹਨਾਂ ਵਿੱਚ ਵੰਡੀ ਜਾਵੇਗੀ। ਸਤਿਗੁਰ ਪਾਤਸ਼ਾਹ ਵੀ ਬਚਨ ਕਰਦੇ ਹਨ, ਨਿੰਦਕ ਨਿੰਦਾ ਕਰ ਮਲ ਧੋਵੈ, ਉਹ ਮਲ ਭਖ ਮਾਇਆ ਧਾਰੀ ਅਥਵਾ ਅੰਤਰ ਲੋ ਫਿਰੈ ਹਲਕਾਏ, ਨਿੰਦਾ ਕਰੈ ਸਿਰ ਭਾਰ ਉਠਾਏ। ਰਾਜਾ ਅਜੈ ਮਹਾਤਮਾ ਜੀ ਦਾ ਉਪਦੇਸ਼ ਸੁਣ ਕੇ ਵਾਪਸ ਆ ਗਿਆ। ਰਾਜੇ ਨੇ ਫਿਰ ਮਾੜੇ ਕੰਮ ਕਰਨ ਦਾ ਸੁਆਂਗ ਰਚਾਇਆ। ਰਾਜੇ ਦਾ ਇਸ ਤਰ੍ਹਾਂ ਦਾ ਰੂਪ ਦੇਖ ਕੇ ਸਾਰੇ ਸ਼ਹਿਰ ਨੇ ਰਾਜੇ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਦਿਨੋਂ ਦਿਨ ਲਿੱਧ ਘਟਣੀ ਸ਼ੁਰੂ ਹੋ ਗਈ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੈ ਉਧਾਰ। ਕੁਝ ਦਿਨ ਬਾਅਦ ਲਿੱਧ ਦਾ ਢੇਰ ਖਤਮ ਹੋ ਗਿਆ ਤੇ ਥੋੜੀ ਕੁ ਲਿੱਧ ਬਾਕੀ ਰਹਿ ਗਈ। ਰਾਜਾ ਅਜੈ ਨੇ ਇਸ ਦਾ ਕਾਰਨ ਮਹਾਤਮਾ ਜੀ ਨੂੰ ਪੁੱਛਿਆ। ਮਹਾਤਮਾ ਜੀ ਕਹਿੰਦੇ ਕਿ ਰਾਜਾ, ਸਾਰੇ ਸ਼ਹਿਰ ਨੇ ਤੇਰੀ ਨਿੰਦਿਆ ਕੀਤੀ ਹੈ। ਅਸੰਖ ਨਿੰਦਕ ਸਿਰ ਕਰਹਿ ਭਾਰ, ਪਰ ਸ਼ਹਿਰ ਵਿੱਚ ਇੱਕ ਤੇਲੀ ਰਹਿੰਦਾ ਹੈ, ਉਸਨੇ ਰਾਜਾ ਤੇਰੀ ਨਿੰਦਿਆ ਨਹੀਂ ਕੀਤੀ। ਉਹ ਤੇਲੀ ਤੇਰੀ ਨਿੰਦਿਆ ਕਰੇਗਾ, ਉਦੋਂ ਹੀ ਇਹ ਲਿੱਧ ਖਤਮ ਹੋਵੇਗੀ। ਰਾਜਾ ਫਿਰ ਸੁਆਂਗ ਰਚਾ ਕੇ ਤੇਲੀ ਦੇ ਘਰ ਵੱਲ ਆਇਆ ਤਾਂ ਜੋ ਤੇਲੀ ਵੀ ਉਸ ਦਾ ਇਹ ਰੂਪ ਦੇਖ ਕੇ ਉਸ ਦੀ ਨਿੰਦਿਆ ਕਰੇ, ਪਰ ਤੇਲੀ ਵੀ ਸੋਝੀ ਰੱਖਦਾ ਸੀ। ਉਹ ਰਾਜੇ ਨੂੰ ਕਹਿੰਦਾ ਕਿ ਰਾਜਾ, ਜਾ ਚਲਾ ਜਾ ਇੱਥੋਂ, ਆਪਣੀ ਲਿੱਧ ਆਪੇ ਹੀ ਖਾ। ਤੇਲੀ ਦੇ ਇਹ ਵਚਨ ਸੁਣ ਕੇ ਰਾਜਾ ਅਜੈ ਮਹਾਤਮਾ ਜੀ ਦੇ ਕੋਲ ਆਇਆ ਤੇ ਕੋਈ ਹੋਰ ਹੱਲ ਪੁੱਛਿਆ। ਮਹਾਤਮਾ ਜੀ ਕਹਿੰਦੇ ਕਿ ਰਾਜਨ, ਇਹ ਲਿੱਧ ਹੁਣ ਤੈਨੂੰ ਛਕਣੀ ਹੀ ਪੈਣੀ ਏ, ਜਿਵੇਂ ਮਰਜ਼ੀ ਛਕ। ਰਾਜਾ ਅਜੈ ਨੂੰ ਫਿਰ ਉਹ ਲਿੱਧ ਆਪ ਹੀ ਖਾਣੀ ਪਈ। ਗੁਰਬਾਣੀ ਵਿੱਚ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਪ੍ਰਥਾਏ ਬਚਨ ਕਰਦੇ ਹਨ ਕਿ ਰਾਜਾ ਅਜੈ ਲਿੱਧ ਖਾਂਦਾ ਹੈ ਤੇ ਨਾਲ ਰੋਂਦਾ ਹੈ। ਅਜੈ ਸੁਖ ਰੋਵੈ ਭਿਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਬਾਬਾ ਜੀ ਨੇ ਸੇਠ ਜੀ ਨੂੰ ਇਹ ਸਾਖੀ ਸੁਣਾ ਕੇ ਉਪਦੇਸ਼ ਦਿੱਤਾ ਕਿ ਸੇਠ ਜੀ, ਲੰਗਰ ਛਕਾਓਗੇ ਤਾਂ ਲੰਗਰ ਮਿਲੇਗਾ, ਨਸਵਾਰ ਛਕਾਓਗੇ ਤਾਂ ਨਸਵਾਰ ਹੀ ਖਾਣੀ ਪੈਣੀ ਹੈ। ਦਿੱਤਾ ਲਈਐ ਆਪ ਨਾ, ਅਣ ਦਿੱਤਾ ਕਛ ਹੱਥ ਨਾ ਆਵੈ। ਸੇਠ ਜੀ ਨੇ ਫਿਰ ਮੁਆਫੀ ਮੰਗੀ ਤੇ ਬਚਨ ਕੀਤਾ ਕਿ ਉਹ ਅੱਗੇ ਤੋਂ ਇਹੋ ਜਿਹੀ ਭੁੱਲ ਨਹੀਂ ਕਰਨਗੇ ਤੇ ਉਸ ਸੱਜਣ ਨੂੰ ਨਸਵਾਰ ਲਈ ਕੋਈ ਪੈਸਾ ਨਹੀਂ ਦੇਣਗੇ। ਬਾਬਾ ਦਿਆਲ ਜੀ ਸੰਗਤਸਰ ਸਾਹਿਬ ਵਿਖੇ ਹੀ ਸਾਧੂ ਬਿਰਤੀ ਦੇ ਮਾਲਕ ਬਾਬਾ ਦਿਆਲ ਜੀ ਵੀ ਰਹਿੰਦੇ ਸਨ। ਬਾਬਾ ਜੀ ਦਾ ਇਹਨਾਂ ਨਾਲ ਵੀ ਬੜਾ ਪ੍ਰੇਮ ਸੀ। ਬਾਬਾ ਦਿਆਲ ਜੀ ਲੰਗਰ ਲਈ ਦੁੱਧ ਦੀ ਗਜਾ ਕਰਨ ਦੀ ਸੇਵਾ ਕਰਦੇ ਸਨ। ਬਚਨ ਪੀਐ ਪ੍ਰਭ ਕੇ ਸੇਵਕ ਬਹੁਤ ਅਤ ਨੀਕੇ, ਮਨ ਸਰਦਾ ਕਰ ਹਰ ਧਾਰੇ। ਸੇਵਕ ਜਨ ਸੇਵੇ ਸੇਵੜ ਭਾਗੀ, ਰਿਦ ਮਨ ਤਨ ਪ੍ਰੀਤ ਲਗਾਵੈ। ਇੱਕ ਵੇਰਾ ਬਾਬਾ ਦਿਆਲ ਜੀ ਗਜਾ ਕਰਨ ਲਈ ਗਏ। ਸਰਦਾਰਾਂ ਦੇ ਘਰ ਦੇ ਬਾਹਰ ਜਾ ਕੇ ਟੱਲੀ ਖੜਕਾਈ।
ਉਹਨਾਂ ਸਰਦਾਰਾਂ ਨੇ ਕਾਫੀ ਮੱਝਾਂ ਰੱਖੀਆਂ ਹੋਈਆਂ ਸਨ। ਟੱਲੀ ਦੀ ਆਵਾਜ਼ ਸੁਣ ਕੇ ਮਾਤਾ ਬਾਹਰ ਆਈ। ਭਾਈ ਸਾਹਿਬ ਨੇ ਮਾਤਾ ਜੀ ਨੂੰ ਗੁਰੂ ਕੇ ਲੰਗਰ ਵਾਸਤੇ ਦੁੱਧ ਦੀ ਸੇਵਾ ਕਰਨ ਨੂੰ ਕਿਹਾ। ਮਾਤਾ ਨੇ ਝੂਠ ਬੋਲ ਦਿੱਤਾ ਕਿ ਬਾਬਾ ਦੁੱਧ ਤਾਂ ਹੈ ਨਹੀਂ, ਮੈਂ ਕਿੱਥੋਂ ਦੇਵਾਂ। ਭਾਈ ਸਾਹਿਬ ਨੇ ਦੂਜੀ ਵਾਰ ਫਿਰ ਮਾਤਾ ਨੂੰ ਦੁੱਧ ਦੀ ਸੇਵਾ ਕਰਨ ਨੂੰ ਕਿਹਾ, ਪਰ ਮਾਤਾ ਨੇ ਫਿਰ ਉਹੀ ਜਵਾਬ ਦਿੱਤਾ ਕਿ ਦੁੱਧ ਹੈ ਹੀ ਨਹੀਂ। ਭਾਈ ਸਾਹਿਬ ਬੜੇ ਭੋਲੇ ਸੁਭਾਅ ਦੇ ਸਨ, ਸੁਭਾਵਕ ਹੀ ਬਚਨ ਕਹਿ ਦਿੱਤਾ, ਚੰਗਾ ਮਾਤਾ, ਫਿਰ ਨਹੀਂ ਹੈ ਤੇ ਨਾ ਹੋਏਗਾ, ਚੋਲਿਓ ਫਿਰ ਸ਼ਾਮ ਨੂੰ ਮੱਝਾਂ। ਇਹ ਬਚਨ ਕਰਕੇ ਭਾਈ ਸਾਹਿਬ ਅੱਗੇ ਤੁਰ ਪਏ। ਸ਼ਾਮ ਦਾ ਸਮਾਂ ਹੋਇਆ ਤਾਂ ਸਰਦਾਰ ਮੱਝਾਂ ਚੋਣ ਲੱਗੇ, ਪਰ ਜਿਹੜੀ ਮੱਝ ਥੱਲੇ ਬੈਠਣ ਉਹੀ ਲੱਤਾਂ ਮਾਰੇ ਤੇ ਥੱਲੇ ਵੀ ਬੈਠਣ ਨਾ ਦੇਵੇ। ਉਹ ਮਾਤਾ ਨੂੰ ਕਹਿੰਦੇ ਕਿ ਮਾਤਾ, ਅੱਜ ਤਾਂ ਕੋਈ ਵੀ ਮੱਝ ਥੱਲੇ ਹੀ ਨਹੀਂ ਬੈਠਣ ਦੇ ਰਹੀ, ਪਤਾ ਨਹੀਂ ਮੱਝਾਂ ਨੂੰ ਕੀ ਹੋਇਆ। ਸਾਧੂ ਦਾ ਸਹਿਜ ਸੁਭਾਏ ਬੋਲਿਆ ਬਚਨ ਵੀ ਸੱਤ ਹੁੰਦਾ ਹੈ। ਬਚਨ ਵੀ ਹੈ ਕਿ ਸਾਧੂ ਦਾ ਵਚਨ ਅਟਲ ਹੈ। ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਵਚਨ ਅਟਲਾਦਾ। ਮਾਤਾ ਨੇ ਦੱਸਿਆ ਕਿ ਬਾਬਾ ਦਿਆਲ ਲੰਗਰ ਲਈ ਦੁੱਧ ਲੈਣ ਆਇਆ ਸੀ। ਮੈਂ ਉਸ ਨੂੰ ਝੂਠਾ ਹੀ ਕਹਿ ਦਿੱਤਾ ਕਿ ਦੁੱਧ ਤਾਂ ਹੈ ਨਹੀਂ। ਉਹ ਕਹਿੰਦਾ ਸੀ ਕਿ ਨਹੀਂ ਹੈ ਤਾਂ ਨਾ ਹੋਏਗਾ, ਸ਼ਾਮ ਨੂੰ ਚੋਲਿਓ ਮੱਝਾਂ। ਇਹ ਵਚਨ ਬਾਬਾ ਦਿਆਲ ਕਰਕੇ ਗਿਆ ਸੀ। ਪਾਤਸ਼ਾਹ ਵੀ ਵਚਨ ਕਰਦੇ ਹਨ ਕਿ ਨਿਰਾਰੀ ਹੀ ਕਥਾ ਹੈ ਹਰੀ ਦੇ ਭਗਤ ਜਨਾਂ ਦੀ, ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ। ਸਰਦਾਰ ਫਿਰ ਬਾਬਾ ਜੀ ਦੇ ਕੋਲ ਸੰਗਤਸਰ ਸਾਹਿਬ ਕੁਟੀਆ ਵਿਖੇ ਆਏ ਤੇ ਬਾਬਾ ਜੀ ਨੂੰ ਕਹਿੰਦੇ ਕਿ ਬਾਬਾ ਜੀ, ਤੁਹਾਡਾ ਗਾਜੀ ਸਾਨੂੰ ਸ਼ਰਾਪ ਦੇ ਆਇਆ ਹੈ ਤੇ ਸਾਡੀਆਂ ਮੱਝਾਂ ਦੁੱਧ ਨਹੀਂ ਦੇ ਰਹੀਆਂ। ਬਾਬਾ ਜੀ ਨੇ ਬਾਬਾ ਦਿਆਲ ਜੀ ਨੂੰ ਬੁਲਾਇਆ ਤੇ ਉਸ ਨੂੰ ਕਿਹਾ ਕਿ ਬਾਬਾ ਦਿਆਲ, ਇਹ ਸਰਦਾਰ ਕਹਿੰਦੇ ਹਨ ਕਿ ਤੂੰ ਇਹਨਾਂ ਨੂੰ ਸ਼ਰਾਪ ਦੇ ਆਇਆ। ਉਹ ਕਹਿੰਦਾ ਕਿ ਬਾਬਾ ਜੀ, ਇਹਨਾਂ ਨੂੰ 2 ਵਾਰ ਦੁੱਧ ਪੁੱਛਿਆ, ਪਰ ਦੋਨੋਂ ਵਾਰ ਮਾਤਾ ਕਹਿੰਦੀ ਕਿ ਦੁੱਧ ਹੈ ਨਹੀਂ, ਤੇ ਫਿਰ ਮੈਂ ਵੀ ਕਹਿ ਦਿੱਤਾ ਕਿ ਚੰਗਾ ਫਿਰ ਨਹੀਂ ਹੈ ਤੇ ਨਾ ਹੋਏਗਾ। ਮਾਤਾ ਤੇ ਪਰਿਵਾਰ ਵਾਲੇ ਫਿਰ ਆਪਣੇ ਝੂਠ ਦੀ ਮੁਆਫੀ ਮੰਗਣ ਲੱਗੇ। ਬਾਬਾ ਜੀ ਬਾਬਾ ਦਿਆਲ ਜੀ ਨੂੰ ਕਹਿੰਦੇ ਕਿ ਹੁਣ ਇਹਨਾਂ ਨੂੰ ਬਖਸ਼ ਦਿਓ। ਬਾਬਾ ਦਿਆਲ ਜੀ ਕਹਿੰਦੇ ਕਿ ਬਾਬਾ ਜੀ, ਇਹਨਾਂ ਨੂੰ ਪੁੱਛ ਲਵੋ ਕਿ ਅੱਗੇ ਵਾਸਤੇ ਮੇਰੇ ਲਈ ਦੁੱਧ ਰੱਖਿਆ ਕਰਨਗੇ। ਪਰਿਵਾਰ ਵਾਲੇ ਹੱਥ ਜੋੜ ਕੇ ਕਹਿੰਦੇ ਕਿ ਹਾਂ ਜੀ ਬਾਬਾ ਜੀ, ਰੱਖਿਆ ਕਰਾਂਗੇ। ਬਾਬਾ ਦਿਆਲ ਜੀ ਬੜੇ ਭੋਲੇ ਸੁਭਾਅ ਦੇ ਸਨ। ਕਹਿੰਦੇ ਕਿ ਚੰਗਾ, ਫਿਰ ਜੇ ਰੱਖਿਆ ਕਰੋਗੇ ਤਾਂ ਜਾਓ, ਜਾ ਕੇ ਸਾਰੀਆਂ ਮੱਝਾਂ ਚੋ ਲਓ। ਉਹ ਘਰ ਆ ਕੇ ਮੱਝਾਂ ਚੋਣ ਲੱਗੇ ਤਾਂ ਸਾਰੀਆਂ ਮੱਝਾਂ ਨੇ ਦੁੱਧ ਦੇ ਦਿੱਤਾ। ਆਪੇ ਸਰਨ ਪੁਆਇਦਾ ਮੇਰੇ ਗੋਵਿੰਦਾ, ਹਰ ਭਗਤ ਜਨਾ ਰਾਖ ਲਾਜੈ ਜੀਓ, ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ, ਜਨ ਨਾਨਕ ਨਾਮ ਸਿੱਧ ਕਾਜੈ ਜੀਓ। ਐਸੀ ਅਵਸਥਾ ਵਾਲੇ ਮਹਾਂਪੁਰਖਾਂ ਦੇ ਸੰਗੀ ਸਨ। ਮਹਾਂਪੁਰਖਾਂ ਨੂੰ ਕੋਈ ਪਦਾਰਥਾਂ ਦੀ ਘਾਟ ਨਹੀਂ ਹੁੰਦੀ। ਬਾਣੀ ਦਾ ਫਰਮਾਨ ਵੀ ਹੈ ਕਿ 4 ਪਦਾਰਥ ਹਰ ਕੀ ਸੇਵਾ। ਇਹ ਤਾਂ ਮਹਾਂਪੁਰਖਾਂ ਦਾ ਪਰਉਪਕਾਰੀ ਸੁਭਾਅ ਹੁੰਦਾ ਹੈ ਕਿ ਉਹ ਸੇਵਾਦਾਰਾਂ ਦੇ ਜ਼ਰੀਏ ਵੀ ਸਾਨੂੰ ਭੁੱਲੇ ਭਟਕਿਆਂ ਨੂੰ ਗੁਰੂ ਕੇ ਲੰਗਰ ਦੀ ਸੇਵਾ ਕਰਨ ਦਾ, ਦਸਵੰਧ ਕੱਢਣ ਦਾ ਤੇ ਹੋਰ ਕਈ ਪ੍ਰਕਾਰ ਦੀ ਸੇਵਾ ਕਰਨ ਦਾ ਗੁਰ ਸਿਖਾਉਂਦੇ ਹਨ। ਸਾਨੂੰ ਸੇਵਾ ਨਾਲ ਜੋੜ ਕੇ ਸਾਡੇ ਕਲਯੁਗੀ ਜੀਵਾਂ ਦਾ ਭਲਾ ਕਰਦੇ ਹਨ। ਬਚਨ ਵੀ ਹੈ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਦਾਨ। ਅਸੀਂ ਜਿਸ ਕਾਰਜ ਲਈ ਇਸ ਸੰਸਾਰ 'ਤੇ ਆਉਂਦੇ ਹਾਂ, ਇਸ ਸੰਸਾਰ 'ਤੇ ਆ ਕੇ ਪਦਾਰਥਾਂ ਮਾਨ ਵਡਿਆਈਆਂ ਵਿੱਚ ਰੁੱਝ ਕੇ ਉਹ ਕਾਰਜ ਵਿਸਾਰ ਦਿੰਦੇ ਹਾਂ। ਮਹਾਂਪੁਰਖੀ ਫਿਰ ਸਾਨੂੰ ਕਈ ਪ੍ਰਕਾਰ ਦੀਆਂ ਜੁਗਤੀਆਂ ਵਰਤ ਕੇ ਹੋਕਾ ਦਿੰਦੇ ਹਨ ਕਿ ਭਾਈ, ਸਤਿਗੁਰ ਸੇਵਾ ਤੇ ਨਿਸਤਾਰਾ, ਗੁਰਮੁਖ ਤਰੈ ਸੰਸਾਰਾ। ਬਾਬਾ ਜੀ ਵੀ ਬਚਨ ਕਰਦੇ ਹੁੰਦੇ ਸਨ ਕਿ ਇਹ ਸੇਵਾ ਸਾਡੇ ਵਾਸਤੇ ਰਸਤੇ ਦਾ ਖਰਚ ਹੈ। ਸਿਮਰਨ ਸਾਨੂੰ ਮੁਕਤ ਕਰਾਉਂਦਾ ਹੈ ਤੇ ਸੇਵਾ ਸਾਨੂੰ ਰਸਤੇ ਵਿੱਚੋਂ ਛਡਾਉਂਦੀ ਹੈ। ਬਚਨ ਵੀ ਹੈ, ਹਰ ਜਸ ਊਚ ਸਭਨਾ ਤੇ ਉਪਰ, ਹਰ 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 ਸੇਵ ਛਡਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।